ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਅਤੇ ਖਰੀਦਦਾਰੀ ਵੀ ਚੱਲ ਰਹੀ ਹੈ। ਅਜਿਹੇ ਵਿੱਚ ਦੀਵਾਲੀ ਦੇ ਇਸ ਤਿਉਹਾਰ ਤੇ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਖਰੀਦਣਾ ਸਭ ਤੋਂ ਜ਼ਰੂਰੀ ਹੈ। ਇਹ ਇਸ ਲਈ ਵੀ ਹੈ ਕਿਉਂਕਿ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਵਿਸ਼ੇਸ਼ ਤੌਰ ਤੇ ਦੀਵਾਲੀ ਤੇ ਕੀਤੀ ਜਾਂਦੀ ਹੈ। ਪਰ ਭਗਵਾਨ ਸ਼੍ਰੀ ਗਣੇਸ਼ ਅਤੇ ਮਾਂ ਲక్ష్ਮੀ ਦੀਆਂ ਮੂਰਤੀਆਂ ਨੂੰ ਖਰੀਦਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਦੀਵਾਲੀ ਦੀ ਪੂਜਾ ਪੂਰੀ ਤਰ੍ਹਾਂ ਸਾਰਥਕ ਸਾਬਤ ਹੋ ਸਕੇ। ਤਾਂ ਆਓ ਜਾਣਦੇ ਹਾਂ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਖਰੀਦਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਵੱਖ-ਵੱਖ ਮੂਰਤੀ ਖਰੀਦੋ। ਦੀਵਾਲੀ ਤੇ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਖਰੀਦਦੇ ਸਮੇਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਦੋਹਾਂ ਦੀਆਂ ਮੂਰਤੀਆਂ ਨੂੰ ਇਕੱਠੇ ਨਾ ਖਰੀਦੋ, ਸਗੋਂ ਦੋਹਾਂ ਮੂਰਤੀਆਂ ਨੂੰ ਵੱਖ-ਵੱਖ ਖਰੀਦੋ। ਬੈਠਣ ਦੀ ਸਥਿਤੀ ਵਿੱਚ ਮੂਰਤੀ ਖਰੀਦੋ। ਮੂਰਤੀ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਦੇਵੀ ਲక్ష్ਮੀ ਅਤੇ ਸ਼੍ਰੀ ਗਣੇਸ਼ ਦੀ ਮੂਰਤੀ ਨੂੰ ਕਦੇ ਵੀ ਖੜੀ ਮੁਦਰਾ ਵਿੱਚ ਨਾ ਲਓ। ਅਜਿਹੀ ਮੂਰਤੀ ਨੂੰ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਲਈ ਦੋਹਾਂ ਦੀਆਂ ਮੂਰਤੀਆਂ ਹਮੇਸ਼ਾ ਬੈਠਣ ਦੀ ਸਥਿਤੀ ਵਿੱਚ ਹੋਣੀਆਂ ਚਾਹੀਦੀਆਂ ਨੇ। ਮੂਰਤੀ ਟੁੱਟੀ ਨਾ ਹੋਵੇ। ਮੂਰਤੀ ਖਰੀਦਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਮੂਰਤੀ ਟੁੱਟੀ ਜਾਂ ਟੁੱਟ ਨਾ ਜਾਵੇ। ਟੁੱਟੀ ਹੋਈ ਮੂਰਤੀ ਦੀ ਪੂਜਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਮਿੱਟੀ ਜਾਂ ਪਾਤ ਦੀ ਮੂਰਤੀ ਖਰੀਦੋ। ਦੀਵਾਲੀ ਦੀ ਪੂਜਾ ਲਈ ਮਿੱਟੀ ਦੀ ਮੂਰਤੀ ਦੀ ਪੂਜਾ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਹਮੇਸ਼ਾ ਮਿੱਟੀ ਦੀ ਲక్ష్ਮੀ ਗਣੇਸ਼ ਦੀ ਮੂਰਤੀ ਖਰੀਦੋ। ਤੁਸੀਂ ਚਾਹੋ ਤਾਂ ਪਿੱਤਲ, ਅਸ਼ਟ ਧਾਤੂ ਜਾਂ ਚਾਂਦੀ ਦੀ ਮੂਰਤੀ ਵੀ ਖਰੀਦ ਸਕਦੇ ਹੋ, ਪਰ ਤੁਹਾਨੂੰ ਕਦੇ ਵੀ ਪੀਓਪੀ ਯਾਨੀ ਪਲਾਸਟਰ ਆਫ ਪੈਰਿਸ ਜਾਂ ਪਲਾਸਟਿਕ ਦੀ ਮੂਰਤੀ ਨਹੀਂ ਖਰੀਦਣੀ ਚਾਹੀਦੀ। ਸ਼੍ਰੀ ਗਣੇਸ਼ ਮੂਰਤੀ ਦੇ ਨਾਲ ਚੂਹਾ ਹੋਵੇ। ਭਗਵਾਨ ਗਣੇਸ਼ ਦੀ ਅਜਿਹੀ ਮੂਰਤੀ ਖਰੀਦੋ ਕਿ ਉਹਨਾਂ ਦਾ ਸੁੰਡ ਦੇ ਖੱਬੇ ਪਾਸੇ ਹੋਵੇ ਅਤੇ ਨਾਲ ਹੀ ਉਹਨਾਂ ਨੇ ਆਪਣੇ ਹੱਥ ਵਿੱਚ ਮੋਦਕ ਫੜਿਆ ਹੋਵੇ। ਸ਼੍ਰੀ ਗਣੇਸ਼ ਜੀ ਨੂੰ ਆਪਣੀ ਸਵਾਰੀ ਭਾਵ ਚੂਹੇ ਤੇ ਬਿਰਾਜਮਾਨ ਕਰਨਾ ਚਾਹੀਦਾ ਹੈ। ਜੇਕਰ ਗਣੇਸ਼ ਜੀ ਚੂਹੇ ਤੇ ਨਹੀਂ ਬਿਰਾਜਮਾਨ ਹਨ ਤਾਂ ਮੂਰਤੀ ਦੇ ਨਾਲ ਚੂਹਾ ਜ਼ਰੂਰ ਹੋਣਾ ਚਾਹੀਦਾ ਹੈ। ਮਾਂ ਲక్ష్ਮੀ ਕਮਲ ਜਾਂ ਹਾਥੀ ਤੇ ਸਵਾਰ ਹੋਵੇ। ਮਾਂ ਲక్ష్ਮੀ ਦੀ ਮੂਰਤੀ ਖਰੀਦਦੇ ਸਮੇਂ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਮਾਂ ਲక్ష్ਮੀ ਨੂੰ ਹਾਥੀ ਜਾਂ ਕਮਲ ਦੇ ਆਸਨ ਤੇ ਬਿਰਾਜਮਾਨ ਕੀਤਾ ਜਾਵੇ। ਇਸ ਦੇ ਨਾਲ ਹੀ ਲక్ష్ਮੀ ਜੀ ਦੇ ਹੱਥੋਂ ਪੈਸੇ ਦੀ ਵਰਖਾ ਹੋ ਰਹੀ ਹੈ, ਯਾਨੀ ਉਹਨਾਂ ਦੇ ਹੱਥੋਂ ਸਿੱਕੇ ਡਿੱਗ ਰਹੇ ਨੇ।